ਡੀ पंजाबी देख रहे सारे दर्शकों का प्रोग्राम अज का मसला बहुत बहुत स्वागत। दोस्तों हमेशा ही दूरदर्शन की कोशिश होंगी कि ਇਹੋ ਜਿਹੇ मसले ਤੁਹਾਡੇ ਨਾਲ ਸਾਂਝੇ ਕੀਤੇ ਜਾਣ ਜਿਹੜੇ ਤੁਹਾਡੇ ਜੀਵਨ ਨਾਲ ਸਿੱਧੇ रूप च व्यवस्था। सो भारत बहुत बड़ा लोकतंत्री देश है और अज गल करिए तो बहुत सारे सूबਿਆਂ ਦੇ ਵਿੱਚ ਚੋਣਾਂ ਦਾ ਜਿਹੜਾ ਇਸ ਵੇਲੇ ਮਾਹੌਲ ਜਿਹੜਾ ਚੱਲ ਰਿਹਾ है। सो पंजाब भी ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦੇ ਵਿੱਚ ਜਾ ਰਿਹਾ है। सो प्रशासन ने किस तरीके ਦੇ ਨਾਲ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਨੇ ਔਰ ਵੋਟਰ ਨੂੰ ਜਾਗਰੂਕ ਕਰਨ ਵਾਸਤੇ ਕੀ ਉਪਰਾਲੇ ਕੀਤੇ ਨੇ। ਸੋ ਅੱਜ ਦਾ ਮਸਲਾ ਵਿੱਚ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਮਤਦਾਨ ਜਾਗਰੂਕਤਾ ਅਤੇ ਤਿਆਰੀਆਂ। ਸੋ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਅਸੀਂ ਆਪਣੇ ਸਟੂਡੀਓ 'ਚ ਬਹੁਤ ਹੀ ਖਾਸ ਮਾਹਿਰ ਮਹਿਮਾਨ ਜਿਹੜੇ ਆ ਉਹਨਾਂ ਨੂੰ ਦਾਵਤ ਦਿੱਤੀ। ਸਭ ਤੋਂ ਪਹਿਲਾਂ ਤਾਰੁਕ ਮੇਰੇ ਨਾਲ ਬੈਠੇ ਹਨ ਮੇਜਰ ਡਾਕਟਰ शिवराज सिंह बल जो कि SDM ने ਹੁਸ਼ਿਆਰਪੁਰ ਦੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ। ਔਰ ਨਾਲ ਬੈਠੇ ਹਨ ਉੱਘੇ ਪੱਤਰਕਾਰ ਸਚਿਨ ਸ਼ਰਮਾ ਜੀ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਔਰ ਦਰਸ਼ਕੋ ਘਰ ਬੈਠੇ ਤੁਸੀਂ ਸਾਡੇ ਨਾਲ ਟੈਲੀਫੋਨ ਦੇ ਉੱਤੇ ਰਾਬਤਾ ਰੱਖਦੇ ਹੋ। ਸਾਡੇ ਟੈਲੀਫੋਨ ਨੰਬਰ ਨੋਟ ਕਰ ਲਓ 0181 281 4264 0234 1269। ਇਹ ਸਾਡੇ ਟੈਲੀਫੋਨ ਨੰਬਰ ਨੇ। ਤੁਸੀਂ ਟੈਲੀਫੋਨ ਦੇ ਉੱਤੇ ਸਾਡੇ ਨਾਲ ਰਾਬਤਾ ਰੱਖ ਸਕਦੇ ਹੋ। ਸਾਨੂੰ ਤੁਹਾਡੀਆਂ ਕਾਲਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਰਹੇਗਾ। ਸੋ ਚਰਚਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡੇ ਕੋਲੋਂ कि हैल्दी डेमोक्रेसी वास्ते अगर गल करिए तो वोटर का जागरूक होना बहुत इंपॉर्टेंट है। सो इस चीज़ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਸੰਦੀਪ ਜੀ ਬਿਲਕੁਲ ਸਹੀ ਕਿਹਾ। ਜਿਹੜੀ ਡੈਮੋਕ੍ਰੇਸੀ ਹੈ, ਸਾਡਾ ਲੋਕਤੰਤਰ ਹੈ, ਉਹ ਇੱਕ ਮੈਚਿਓਰ ਸੁਸਾਇਟੀ ਦੀ ਨਿਸ਼ਾਨੀ ਹੈ ਤੇ ਇਹ ਉਨਾ ਹੀ ਕਾਮਯਾਬ ਹੁੰਦਾ ਜਿੰਨੀ ਸੁਸਾਇਟੀ ਹੋਰ ਮੈਚਿਓਰ ਹੁੰਦੀ ਹੈ। ਜਿੰਨਾ ਵੋਟਰ ਜਿਹੜਾ ਜਾਗਰੂਕ ਹੋਏਗਾ ਉਹ ਸੁਸਾਇਟੀ ਮੈਚਿਓਰ ਹੁੰਦੀ ਰਹੇਗੀ ਤੇ ਡੈਮੋਕ੍ਰੇਸੀ ਉਨੀ ਹੀ ਤਰੱਕੀ ਕਰੇਗੀ ਜੀ। ਸਾਡਾ ਇਹ ਖਾਸ ਕਰਕੇ ਜਿਹੜਾ ਭਾਰਤ ਵੰਸ਼ ਹੈ ਉਹ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਅਸੀਂ ਵਨ ਆਫ ਦੀ ਮੋਸਟ ਪੋਪੂਲੇਟਡ ਕੰਟਰੀਜ਼ ਜਿਹੜੇ ਹੈਗੇ ਆ ਦੁਨੀਆ ਦੇ ਵਿੱਚ ਅਤੇ ਇਸ ਕਰਕੇ ਅਸੀਂ ਸਾਰੀ ਦੁਨੀਆ ਜਿਹੜੀ ਹੈ ਉਹ ਸਾਡੇ ਵੱਲ ਨੂੰ ਇਸ ਪ੍ਰਤੀ ਦੇਖਦੀ ਹੈ, ਸਾਡੇ ਤੋਂ ਇੰਸਪਾਇਰ ਹੁੰਦੀ ਹੈ ਅਤੇ ਸਾਡੀ ਵੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਦੁਨੀਆ ਲਈ ਇੱਕ ਐਗਜ਼ਾਮਪਲ ਬਣੀਏ ਅਤੇ ਜੋ ਅਸੀਂ ਆਲਰੇਡੀ ਕਰ ਰਹੇ ਹਾਂ ਉਹਦੇ ਵਿੱਚ ਹੋਰ ਤਰੱਕੀ ਕਰੀਏ। ਵੋਟਰ ਨੂੰ ਤਰੀਕੇ ਨਾਲ ਹਰ ਐਜੂਕੇਸ਼ਨ ਦੇ ਮਾਧਿਅਮ ਨਾਲ, ਚਾਹੇ ਉਹ ਜਾਗਰੂਕਤਾ ਦੇ ਮਾਧਿਅਮ ਨਾਲ ਉਹਨੂੰ ਹੋਰ ਮੈਚਿਓਰ ਕਰੀਏ, ਉਹਨੂੰ ਹੋਰ ਜਾਗਰੂਕ ਕਰੀਏ ਤਾਂ ਕਿ ਜਿਹੜਾ ਹੈ ਉਹ ਵਧੀਆ ਚੁਣ ਕੇ ਲਿਆਵੇ। ਜੇ ਵੋਟਰ ਜਾਗਰੂਕ ਹੋਏਗਾ ਤਾਂ ਹੀ ਸਾਡਾ ਸਮਾਜ ਜਿਹੜਾ ਹੈ ਉਹ ਬਿਹਤਰ ਰੂਪ ਦੇ ਵਿੱਚ ਪਰਫਾਰਮ ਕਰੇਗਾ। ਮੈਂ ਚੂੰਕਿ ਸਚਿਨ ਜੀ ਤੁਸੀਂ ਪੱਤਰਕਾਰਤਾ ਨਾਲ ਸੰਬੰਧ ਰੱਖਦੇ ਹੋ, ਸੋ ਬੀਇੰਗ ਪੱਤਰਕਾਰ ਅਗਰ ਗੱਲ ਕਰੀਏ ਤਾਂ ਮੀਡੀਆ ਇਸ ਵੇਲੇ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ ਲੋਕਤੰਤਰ ਦੇ ਵਿੱਚ। ਸੋ ਇਸ ਦੀ ਭੂਮਿਕਾ ਨੂੰ ਖਾਸ ਕਰਕੇ ਵੋਟਰ ਨੂੰ ਜਾਗਰੂਕ ਕਰਨ ਵਾਸਤੇ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ? ਬਿਲਕੁਲ ਸਰ, ਬਾਕੀ SDM ਸਾਹਿਬ ਨੇ ਕਾਫੀ ਕੁਝ ਦੱਸਿਆ ਜੀ। ਵੋਟਰ ਜੋ ਹੈ ਅੱਜ ਕੱਲ੍ਹ ਪੜ੍ਹਿਆ ਲਿਖਿਆ ਜੀ, ਪੜ੍ਹੇ ਲਿਖੇ ਹੋਣ ਉਹਨੂੰ ਪਛਾਣ ਆਪਣੇ ਜੋ ਵੀ ਆਪਣੇ ਹੱਕ ਹੈਗੇ ਆ ਜੀ ਵੀ ਆਪਾਂ ਕਿਸ ਤਰ੍ਹਾਂ ਕਿਸ ਕੈਂਡੀਡੇਟ ਨੂੰ ਵੋਟ ਪਾਉਣੀ ਆ, ਕਿਸ ਨੂੰ ਨਹੀਂ। ਔਰ ਬਕਾਇਦਾ ਉਹਨੂੰ ਜੋ ਕੈਂਡੀਡੇਟ ਹੈਗਾ ਆ ਉਹਦਾ ਰਿਕਾਰਡ ਵੀ ਦੇਖਣਾ ਚਾਹੀਦਾ ਜੀ, ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ। ਸੋ ਬੀਇੰਗ ਪੱਤਰਕਾਰ ਕਿਤੇ ਨਾ ਕਿਤੇ ਤੁਹਾਡਾ ਭੂਮਿਕਾ ਇਹਦੇ ਵਿੱਚ ਹੋਰ ਜ਼ਿਆਦਾ ਇਹਨੂੰ ਕਹਿ ਸਕਦੇ ਕਿ ਪਰਿਪੱਕ ਹੋ ਜਾਂਦੀ ਹੈ ਕਿ ਤੁਸੀਂ ਲੋਕਾਂ ਨੂੰ ਜਾਗਰੂਕ ਕਰਨਾ ਜੀ। ਬਿਲਕੁਲ। ਮੈਂ SDM ਸਾਹਿਬ ਕਿ ਇਹਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਖਾਸ ਕਰਕੇ ਮਤਦਾਨ ਜਾਗਰੂਕਤਾ ਵਾਸਤੇ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਉਹਦੇ ਵਿੱਚ ਸਵੀਪ ਦੀ ਐਕਟੀਵਿਟੀਜ਼ ਕੁਛ ਜਿਹੜੀਆਂ ਕਰਵਾਈਆਂ ਜਾਂਦੀਆਂ, ਕਿਹੜੀਆਂ ਐਕਟੀਵਿਟੀਜ਼ ਔਰ ਕਿਸ ਤਰੀਕੇ ਦੇ ਨਾਲ ਇਹਦਾ ਵਿਉਂਤਬੰਦੀ ਕੀਤੀ ਗਈ? ਸੰਜੂ ਜੀ, ਜਿਹੜਾ ਸਵੀਪ ਐਕਟੀਵਿਟੀ ਹੈ ਉਹਦਾ ਮੇਨ ਮਕਸਦ ਇਹ ਹੈ ਕਿ ਅਸੀਂ ਆਪਣਾ ਜਿਹੜਾ ਵੋਟਰ ਟਰਨ ਆਊਟ ਹੈ ਜੀ, ਮਤਦਾਨ ਨੂੰ ਜਿੰਨੇ ਲੋਕ ਵੋਟ ਕਰਨ ਆ ਰਹੇ ਹੈ ਉਹ ਇੰਪਰੂਵ ਕਰੀਏ ਜੀ। ਉਸ ਦੇ ਵਿੱਚ ਸਾਡਾ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਸਾਨੂੰ ਚੋਣ ਕਮਿਸ਼ਨ ਤੋਂ ਸਿੱਧੇ ਤੌਰ 'ਤੇ ਆਉਂਦੀਆਂ ਨੇ। ਕੁਛ ਅਸੀਂ ਇੱਦਾਂ ਦੀਆਂ ਐਕਟੀਵਿਟੀਜ਼ ਜ਼ਿਲ੍ਹੇ ਦੇ ਵਿੱਚ ਜਾਂ ਆਪਣੀ ਕੌਂਸਟੀਚੁਐਂਸੀ ਦੇ ਵਿੱਚ ਉਲੀਕਦੇ ਹਾਂ। ਸਾਡਾ ਮੇਨ ਟਾਰਗੇਟ ਜਿਹੜਾ ਹੁੰਦਾ ਉਹ ਖਾਸ ਕਰ ਉਹਨਾਂ ਲੋਕਾਂ ਨੂੰ ਸਾਹਮਣੇ ਲਿਆਉਣਾ, ਵੋਟ ਕਰਨ ਲਈ ਅੱਗੇ ਲਿਆਉਣਾ ਜੋ ਆਮ ਤੌਰ 'ਤੇ ਵੋਟ ਨਹੀਂ ਕਰਦੇ ਜੀ। ਉਹਦੇ ਵਿੱਚ ਖਾਸ ਕਰ ਸਾਡਾ ਇਹ ਥੋੜ੍ਹੇ ਜਿਹੇ ਚਿੰਤਾ ਦੀ ਵਿਸ਼ਾ ਹੈ ਕਿ ਯੰਗ ਵੋਟਰਸ ਜਿਹੜੇ ਸਭ ਤੋਂ ਜ਼ਰੂਰੀ ਹੈ ਉਹ ਵੋਟ ਨਹੀਂ ਕਰ ਰਹੇ। ਸੋ ਸਾਡੀਆਂ ਸਵੀਪ ਐਕਟੀਵਿਟੀਜ਼ ਜਿਹੜੇ ਫਸਟ ਟਾਈਮ ਵੋਟਰਸ ਹੈ 18+, ਜਿਹੜੇ ਕਿ ਸਾਡੇ ਕਾਲਜਸ ਵਿੱਚ ਪਾਏ ਜਾਂਦੇ ਆ, ਅਸੀਂ ਉਹਨਾਂ ਨੂੰ ਟਾਰਗੇਟ ਕਰੀਦਾ। ਕੁਛ ਸਾਡੇ ਇੱਦਾਂ ਦੇ ਵੋਟਰ ਹੁੰਦੇ ਆ ਉਹ ਜਾਂ ਤਾਂ ਇਸ ਦੀ ਮਹੱਤਤਾ ਨੂੰ ਨਹੀਂ ਸਮਝਦੇ ਜਾਂ ਉਹਨਾਂ ਨੂੰ ਇਹ ਲੱਗਦਾ ਕਿ ਜਿਵੇਂ ਆਮ ਲੋਕ ਕਹਿੰਦੇ ਕਿ ਮੇਰੀ ਵੋਟ ਨਾਲ ਕੀ ਫ਼ਰਕ ਪੈਣਾ। ਇੱਦਾਂ ਦੇ ਲੋਕਾਂ ਨੂੰ ਇਹ ਦੱਸਣਾ ਕਿ ਤੁਹਾਡੀ ਹੀ ਵੋਟ ਨਾਲ ਜਿਹੜਾ ਹੈ ਫ਼ਰਕ ਪੈਣਾ ਹੈ ਜੀ। ਕੁਛ ਵੋਟਰ ਸਾਡੇ ਉਮਰ ਕਰਕੇ ਜਾਂ ਉਹਨਾਂ ਦੀ ਜਿਹਨੂੰ ਆਪਾਂ ਕਹਿ ਲਈਏ ਕਿ ਫਿਜ਼ੀਕਲ ਡਿਸੇਬਿਲਿਟੀ ਕਰਕੇ, ਜਿਹਨਾਂ ਨੂੰ ਅਸੀਂ PWD ਵੋਟਰਸ ਕਹਿੰਦੇ ਹਾਂ ਜੀ, ਉਹ ਆਪਣੀਆਂ ਜਿਹਨੂੰ ਆਪਾਂ ਕਹਿ ਲਈਏ ਕਿ
ਫਿਜ਼ੀਕਲ ਲਿਮਿਟੇਸ਼ਨਸ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਹੈ, ਉਹਨਾਂ ਨੂੰ ਅਸੀਂ ਜਿਹੜਾ ਹੈ ਇਨਕਰੇਜ ਕਰਨ ਲਈ ਜਿਹੜੇ ਸਵੀਪ ਐਕਟੀਵਿਟੀਜ਼ ਕਰਦੇ ਹਾਂ। ਜਿਹੜੀ ਤੁਸੀਂ ਇਹਦੇ ਵਿੱਚ ਗੱਲ ਕੀਤੀ ਕਿ ਸਾਡਾ ਜਿਹੜਾ ਯੁਵਾ ਵੋਟਰ ਹੈ ਉਹ ਕਿਤੇ ਨਾ ਕਿਤੇ ਸਕੂਲਾਂ ਕਾਲਜਾਂ ਦੇ ਵਿੱਚ ਹੈ, ਚਾਹੇ ਉਹ +2 ਤੋਂ ਕਰਕੇ ਨਿਕਲ ਰਹੇ ਹੁੰਦੇ ਬੱਚੇ, ਚਾਹੇ ਕਾਲਜ ਦੇ ਵਿੱਚ ਹੈ, ਇਹਨਾਂ ਵਿਦਿਆਰਥੀਆਂ ਦੇ ਵਿੱਚ ਹੋਰ ਜ਼ਿਆਦਾ ਇਨਕਰੇਜਮੈਂਟ ਕਰਨ ਵਾਸਤੇ, ਹੋਰ ਜ਼ਿਆਦਾ ਮੋਟੀਵੇਸ਼ਨ, ਖਾਸ ਕਰਕੇ ਲੋਕਤੰਤਰ ਦਾ ਪਰਬ ਹੈ ਸਾਡਾ ਜਿਹੜਾ ਵੋਟਿੰਗ ਡੇ ਹੁੰਦਾ, ਸੋ ਇਹਦੇ ਵਿੱਚ ਹੋਰ ਇਨਵੋਲਵ ਕਰਨ ਵਾਸਤੇ ਪ੍ਰਸ਼ਾਸਨ ਵੱਲੋਂ ਕੁਝ ਖਾਸ ਉਪਰਾਲੇ ਜਿਹੜੇ ਉਹਦੇ ਬਾਰੇ ਵੀ? ਬਿਲਕੁਲ ਜੀ, ਇਹ 'ਚ ਕੁਛ ਜਿੱਦਾਂ ਕਿ ਅਸੀਂ ਹੁਣ ਪਿਛਲੇ ਹੀ ਕੁਛ ਦਿਨਾਂ ਵਿੱਚ ਜਿਹੜਾ ਹੈਗਾ, ਜੋ ਕਿ ਮੈਂ ਖਾਸ ਕਰ ਹੁਸ਼ਿਆਰਪੁਰ ਦੀ ਗੱਲ ਕਰੂੰਗਾ, ਬਟ ਇਹ ਓਵਰਆਲ ਪੰਜਾਬ ਵਿੱਚ ਹੀ ਹੋ ਰਿਹਾ। ਅਸੀਂ ਕਾਲਜਸ ਵਿੱਚ, ਸਕੂਲਾਂ ਵਿੱਚ ਜਿਹੜੇ ਹੈ ਸਾਈਕਲ ਰੈਲੀਜ਼ ਕਰ ਰਹੇ ਹਾਂ। ਇੱਕ ਅਸੀਂ ਰੀਸੈਂਟਲੀ ਜਿਹੜਾ ਹੈ ਇੱਕ ਜਿਹਨੂੰ ਆਪਾਂ ਹਿਊਮਨ ਚੇਨ ਬਣਾ ਕੇ ਅਤੇ ਸਾਰਿਆਂ ਨੂੰ ਇਸ ਬਾਰੇ ਜਿਹੜਾ ਮੈਸੇਜ ਦਿੱਤਾ। ਇਸ ਤੋਂ ਇਲਾਵਾ ਪ੍ਰਭਾਤ ਫੇਰੀ ਕੱਢਣਾ। ਕੁਛ ਸਾਡੇ ਵਲਨਰੇਬਲ ਏਰੀਆਜ਼ ਹੁੰਦੇ ਆ ਜਿਨ੍ਹਾਂ ਵਿੱਚ ਸੁਸਾਇਟੀ ਦਾ ਉਹ ਜਿਹੜਾ ਹੈਗਾ ਗਰੁੱਪ ਰਹਿੰਦਾ ਜਿਹੜਾ ਕਿ ਵਲਨਰੇਬਲ ਹੈ ਕਿਸੇ ਤਰੀਕੇ ਦੇ ਲਾਲਚ ਲਈ ਜਾਂ ਕਿਸੇ ਡਰ ਲਈ, ਉਹਨਾਂ ਨੂੰ ਟਾਰਗੇਟ ਕਰਨ ਲਈ ਅਸੀਂ ਉੱਥੇ ਨੁੱਕੜ ਨਾਟਕ ਕਰਦੇ ਹਾਂ ਜੀ। ਇਸੇ ਤਰੀਕੇ ਨਾਲ ਸਾਡੀਆਂ ਸਪੈਸ਼ਲ ਟੀਮਸ ਔਰ ਕੈਲੰਡਰ ਬਣਿਆ ਹੁੰਦਾ ਜੋ ਕਿ ਇਹ ਸਾਰੇ ਹੌਲੀ ਓਵਰ ਅ ਪੀਰੀਅਡ ਆਫ ਅ ਮੰਥ ਔਰ ਸੋ, ਜਦੋਂ ਖਾਸ ਕਰ ਹੁਣ ਇਲੈਕਸ਼ਨ ਨੇੜੇ ਆ ਜਾਣੇ ਆ, ਉਹ ਅਸੀਂ ਉਸ ਸਾਰੀਆਂ ਗਰੁੱਪਸ ਨੂੰ ਔਰ ਸਾਰੇ ਏਰੀਆਜ਼ ਨੂੰ ਅਸੀਂ ਹੌਲੀ ਉਸ ਕੈਲੰਡਰ ਦੇ ਨਾਲ ਕਵਰ ਕਰਦੇ ਜੀ। ਸੋ ਬਹੁਤ ਵੱਡੇ ਲੈਵਲ ਦੇ ਉੱਤੇ ਇਲੈਕਸ਼ਨ ਕਮਿਸ਼ਨ ਵੱਲੋਂ ਵਿਉਂਤਬੰਦੀ ਕੀਤੀ ਗਈ ਹੈ, ਨਾ ਸਿਰਫ ਲੋਕਤੰਤਰ ਦਾ ਪਰਬ ਜਿਹੜਾ ਹੈ ਅਸੀਂ ਵੋਟਾਂ ਹੀ ਕਰਾਉਣੀਆਂ, ਬਲਕਿ ਵੋਟਰ ਨੂੰ ਉਸ ਵਾਸਤੇ ਤਿਆਰ ਕਰਨਾ। ਸੋ ਪ੍ਰਸ਼ਾਸਨ ਇਸ ਦੇ ਵਾਸਤੇ ਪੂਰੀ ਤਰ੍ਹਾਂ ਦੇ ਨਾਲ ਵਿਉਂਤਬੰਦੀ ਹੈ, ਪੂਰਾ ਕੈਲੰਡਰ ਬਣ ਚੁੱਕਾ। ਹਰ ਵੋਟਰ ਜਿਹੜਾ ਹੈ ਉਸ ਨੂੰ ਪੋਲਿੰਗ ਬੂਥ ਤੱਕ ਲੈ ਕੇ ਜਾਣਾ, ਕਿਤੇ ਨਾ ਕਿਤੇ ਇਹ ਬਹੁਤ ਵੱਡਾ ਮੋਟਿਵ ਹੈ। ਮੈਂ ਸਚਿਨ ਜੀ, ਚੂँਕਿ ਵਿਹਾਰਕਤਾ ਦੀ ਗੱਲ ਕਰੀਏ, ਚੂँਕਿ ਵੋਟਰ ਔਰ ਕੈਂਡੀਡੇਟ ਜਿਹੜੇ ਦੋਨੇ ਹੀ ਹੈ, ਇਹਨਾਂ ਦੀ ਭੂਮਿਕਾ ਬੜੀ ਅਹਿਮ ਹੋ ਜਾਂਦੀ ਹੈ। ਕਿਹੜੇ ਕੈਂਡੀਡੇਟ ਨੇ ਚੁਣਾਵ ਜਿੱਤਣਾ ਜਾਂ ਚੁਣਾਵ ਲੜਨਾ, ਔਰ ਵੋਟਰ ਨੇ ਉਸ ਵਿੱਚ ਟਰਨ ਆਊਟ ਕਰਨਾ। ਸੋ ਇਹਨਾਂ ਦੀ ਭੂਮਿਕਾ ਦੇ ਵਿੱਚ ਕਿੰਨਾ ਕੁ ਬਦਲਾਅ ਤੁਸੀਂ ਬੀਇੰਗ ਪੱਤਰਕਾਰ ਮਹਿਸੂਸ ਕੀਤਾ ਹੈ ਕਿ ਵੋਟਰ ਕਿੰਨਾ ਕੁ ਜਾਗਰੂਕ ਹੋਇਆ, ਜਾਂ ਕੈਂਡੀਡੇਟ ਜਿਹੜੇ ਆ ਉਹਨਾਂ ਦੀ ਭੂਮਿਕਾ ਦੇ ਵਿੱਚ ਕਿੰਨਾ ਕੁ ਬਦਲਾਅ ਜਿਹੜਾ ਤੁਸੀਂ ਦੇਖਿਆ? ਦੇਖੋ ਜੀ, ਵੋਟਰ ਤਾਂ ਜਿਹੜਾ ਨਵਾਂ ਵੋਟਰ ਹੈਗਾ, ਯੰਗ ਵੋਟਰ ਹੈਗਾ, ਉਹਨੂੰ ਪ੍ਰਸ਼ਾਸਨ ਦੁਆਰਾ ਤਾਂ ਤਿਆਰ ਕੀਤਾ ਜਾਂਦਾ ਹੈ ਜੀ ਹਰ ਤਰੀਕੇ ਨਾਲ, ਅਤੇ ਉਸ ਦੇ ਨਾਲ ਪੜ੍ਹੇ ਲਿਖੇ ਹੋਣ ਦੇ ਕਰਕੇ ਉਹ ਖੁਦ ਵੀ ਤਿਆਰ ਹੋ ਰਹੇ। ਪਰ ਇਹ ਜਿਹੜੀ ਵੋਟ ਹੈਗੀ ਆ, ਕੁਝ ਲੋਕ ਹੁਣ ਵੀ ਇਹਨੂੰ ਨਸ਼ਾ ਕਰਕੇ ਕਹਿ ਲਓ, ਹੈ ਨਾ, ਕੋਈ ਇਹੋ ਜਿਹੀ ਚੀਜ਼ਾਂ ਛੋਟੇ ਲਾਲਚ ਕਰਕੇ ਕਹਿ ਲਓ, ਉਹਦਾ ਪ੍ਰਯੋਗ ਕਰਦੇ ਆ। ਉਹਨਾਂ ਨੂੰ ਮਤਲਬ ਇਹ ਨਹੀਂ ਚਾਹੀਦਾ। ਦੇਖੋ, ਜਿਹੜਾ ਆਪਾਂ ਵੋਟਰ ਪਾਉਂਦੇ ਨਾ, ਸਾਡੀ ਵੋਟ ਦਾ ਬਹੁਤ ਮਹੱਤਵ ਆ ਜੀ। ਸੋ ਬੜੀ ਇੰਪੋਰਟੈਂਟ ਗੱਲ ਕਿ ਵੋਟਰ ਜਿਹੜਾ ਹੈ ਉਸ ਨੂੰ ਆਪਣੀ ਵੋਟ ਦੀ ਅਹਿਮੀਅਤ ਜਿਹੜੀ ਉਹ ਪਹਿਚਾਨਣੀ ਹੋਏਗੀ, ਕਿਉਂਕਿ ਉਸ ਤੋਂ ਬਗੈਰ ਜਿਹੜੀ ਹੈ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਲੋਕਤੰਤਰ ਨੂੰ ਅਸੀਂ ਤਾਂ ਹੀ ਮਜ਼ਬੂਤ ਕਰ ਸਕਦੇ। ਮੈਂ ਡਾਕਟਰ ਸਾਹਿਬ, ਤੁਸੀਂ ਜੋ ਕਿ ਇਸ ਦੇ ਵਿੱਚ ਇਸ ਵੇਲੇ ਕਾਫੀ ਰੁਝੇਵੇਂ ਜਿਹੜੇ ਤੁਹਾਡੇ ਇਲੈਕਸ਼ਨ ਦੇ ਨਾਲ ਹੀ ਰਿਲੇਟਡ ਨੇ, ਸੋ ਇਸ ਵਾਰ ਹੋਰ ਜ਼ਿਆਦਾ ਟਰਾਂਸਪੇਰੈਂਟ ਕਰਨ ਵਾਸਤੇ ਵੋਟਿੰਗ ਨੂੰ ਵੀਵੀਪੈਟ ਦਾ ਪ੍ਰਯੋਗ ਹੋ ਰਿਹਾ, ਔਰ ਵੀਵੀਪੈਟ ਨੂੰ ਬਹੁਤ ਜਗ੍ਹਾ 'ਤੇ ਡਿਸਪਲੇ ਵੀ ਕਰਕੇ ਦਿਖਾਇਆ ਜਾ ਰਿਹਾ ਕਿ ਕਿਸ ਤਰੀਕੇ ਨਾਲ ਇਹ ਵੀਵੀਪੈਟ ਮਸ਼ੀਨ ਕੀ ਹੈ ਔਰ ਇਹ ਕਿਸ ਤਰੀਕੇ ਦੇ ਨਾਲ ਇਸ ਦਾ ਪ੍ਰਯੋਗ ਜਿਹੜਾ ਇਲੈਕਸ਼ਨ ਵਿੱਚ ਹੋਣਾ। ਜੀ, ਬੇਸਿਕਲੀ ਵੀਵੀਪੈਟ ਜਿਹੜਾ ਉਹਨੂੰ ਆਪਾਂ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰਾਇਲ ਕਹਿ ਦਿੰਦੇ ਹਾਂ। ਜੇ ਆਪਾਂ ਸਿੰਪਲ ਲਫ਼ਜ਼ਾਂ ਵਿੱਚ ਇਹਨੂੰ ਦੇਖੀਏ ਤਾਂ ਜੋ ਅਸੀਂ ਬਟਨ ਦਬਾਇਆ ਜੀ ਅਤੇ ਜਿਸ ਨੂੰ ਵੋਟ ਪਾਈ ਹੈ ਉਹੀ ਵੋਟ ਉਸ ਬੰਦੇ ਨੂੰ ਗਈ ਹੈ ਜਾਂ ਉਸ ਪਾਰਟੀ ਨੂੰ ਗਈ ਹੈ, ਉਸ ਚੀਜ਼ ਨੂੰ ਇੱਕ ਤਰੀਕੇ ਨਾਲ ਡਬਲ ਚੈੱਕ ਕਰਨ ਲਈ ਅਤੇ ਖਾਸ ਕਰ ਵੋਟਰ ਦੀ ਤਸੱਲੀ ਵਾਸਤੇ ਇੱਕ ਨਾਲ ਮਸ਼ੀਨ ਰੱਖੀ ਜਾਂਦੀ ਹੈ ਜਿਹਦੇ ਵਿੱਚ ਕਿ ਉਹਦੇ ਦੁਆਰਾ ਪਾਈ ਗਈ ਵੋਟ ਕੁਛ ਸਕਿੰਟਾਂ ਲਈ ਇੱਕ ਪੇਪਰ ਸਲਿੱਪ ਦੇ ਤੌਰ 'ਤੇ ਡਿਸਪਲੇ ਹੁੰਦੀ ਹੈ ਅਤੇ ਫਿਰ ਉਸੇ ਹੀ ਬਾਕਸ ਦੇ ਵਿੱਚ ਉਹ ਦੁਬਾਰਾ ਥੱਲੇ ਡਿੱਗ ਜਾਂਦੀ ਹੈ। ਬੇਸਿਕਲੀ ਇਹਦਾ ਮੇਨ ਮਕਸਦ ਸੀਗਾ ਕਿ ਜਦੋਂ EVMs ਆਏ, ਹੌਲੀ ਹਰ ਚੀਜ਼ ਜਦੋਂ ਨਵੀਂ ਆਉਂਦੀ ਹੈ ਉਹਦੇ ਬਾਰੇ ਲੋਕਾਂ ਨੂੰ ਕੁਛ ਸ਼ੱਕ ਹੁੰਦੇ ਆ, ਸਵਾਲ ਹੁੰਦੇ ਆ, ਉਸ ਨੂੰ ਦੁਬਾਰਾ ਰੀਇਨਫੋਰਸ ਕਰਨ ਲਈ ਇਹ ਜਿਹੜੀ ਹੈ ਸਭ ਤੋਂ ਸ਼ੁਰੂਆਤ ਇਹਦੀ ਜਿਹੜੀ ਸੀ ਇੱਕ ਨਾਗਾਲੈਂਡ ਦੇ ਇੱਕ ਬਾਈ ਇਲੈਕਸ਼ਨ ਵਿੱਚ ਹੋਈ। ਉਸ ਤੋਂ ਬਾਅਦ ਹੁਣ ਇਹ ਹਰ ਜਿਹੜੀ ਲੋਕ ਸਭਾ ਔਰ ਸਾਡੀ ਸਟੇਟ ਦੀਆਂ ਇਲੈਕਸ਼ਨਸ ਹੈ ਉਹਨਾਂ ਵਿੱਚ ਇਹ ਯੂਜ਼ ਹੁੰਦੀ ਹੈ। ਇਹ ਜੋ ਤਾਂ ਸਾਡੀ EVM ਹੈ ਉਹਦੇ ਨਾਲ ਹੀ ਅਟੈਚ ਹੁੰਦੀ ਹੈ। ਉਸ ਤੋਂ ਬਾਅਦ ਇੱਥੋਂ ਤੱਕ ਵੀ ਹੈਗਾ ਕਿ ਈਵਨ ਕਾਊਂਟਿੰਗ ਵੇਲੇ ਵੀ ਰੈਂਡਮਲੀ ਇਹਨਾਂ ਵਿੱਚੋਂ ਜਿਹੜਾ ਹੈ ਕੁਛ ਮਸ਼ੀਨਾਂ ਨੂੰ ਕਾਊਂਟ ਕੀਤਾ ਜਾਂਦਾ ਅਤੇ ਉਹਨਾਂ ਪੇਪਰ ਸਲਿੱਪਸ ਦੀ ਜਿਹੜੀ ਹੈਗੀ ਆ
ਉਹਨਾਂ ਨੂੰ ਕਾਊਂਟਰ ਚੈੱਕ ਕੀਤਾ ਜਾਂਦਾ ਉਸ EVM ਦੁਆਰਾ ਦਿਖਾਏ ਗਏ ਰਿਜ਼ਲਟ ਦੇ ਨਾਲ। ਸੋ ਬੜਾ ਮਹੱਤਵਪੂਰਨ ਹੈ, ਕਿਤੇ ਨਾ ਕਿਤੇ ਇਲੈਕਸ਼ਨ ਕਮਿਸ਼ਨ ਨੇ ਪੂਰੀ ਪਾਰਦਰਸ਼ਤਾ ਜਿਹਨੂੰ ਅਸੀਂ ਗੱਲ ਕਹਿ ਸਕਦੇ ਹਾਂ ਕਿ EVM ਦੇ ਉੱਤੇ ਬਹੁਤ ਜ਼ਿਆਦਾ ਕਿੰਤੂ ਪਰੰਤੂ ਜਿਹੜੇ ਕਈ ਵਾਰੀ ਬਹੁਤ ਸਾਰੇ ਲੋਕਾਂ ਦੁਆਰਾ ਸ਼ੱਕ ਸ਼ੁਬੇ ਜਿਹੜੇ ਉਸ ਨੂੰ ਖਦਸ਼ੇ ਦੂਰ ਕਰਨ ਵਾਸਤੇ ਜਿਹੜਾ VVPAT ਦਾ ਇਸਤੇਮਾਲ ਹੁੰਦਾ, ਜਿਹਦੇ ਵਿੱਚ ਪਰਚੀ ਜਿਹੜੀ ਹੈ ਉਹ ਵੋਟ ਕਿਸ ਨੂੰ ਪਈ ਆ ਉਹ ਡਿਸਪਲੇ ਹੁੰਦੀ। ਸੋ ਇਹ ਬੜਾ ਇੰਪੋਰਟੈਂਟ ਆਸਪੈਕਟ ਹੈ। ਮੈਂ ਸਰ ਤੁਹਾਡੇ ਕੋਲੋਂ ਕਿ ਇਸ ਵਾਰੀ ਖਾਸ ਕਰਕੇ ਸਾਡੇ ਬਹੁਤ ਸਾਰਾ ਇਹੋ ਜਿਹਾ ਸਮਾਜ ਦਾ ਤਬਕਾ ਜਿਹਨੂੰ ਅਸੀਂ ਟਰਾਂਸਜੈਂਡਰ ਵੋਟ ਕਹਿੰਦੇ ਹਾਂ, ਉਹ ਲੋਕ ਜਿਹੜੇ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਸ਼ਾਇਦ ਅਸੀਂ ਫਸਟ ਸ਼੍ਰੇਣੀ 'ਚ ਨਹੀਂ ਕਹਿੰਦੇ, ਉਹਨਾਂ ਨੂੰ ਵੀ ਪੋਲਿੰਗ ਬੂਥ ਦੇ ਉੱਤੇ ਲੈ ਕੇ ਆਉਣ ਵਾਸਤੇ ਕੁਝ ਖਾਸ ਉਪਰਾਲੇ ਹੋ ਰਹੇ, ਉਹਨਾਂ ਨੂੰ ਜਾਗਰੂਕ ਕਰਨਾ ਔਰ ਕਿਸ ਤਰੀਕੇ ਨਾਲ ਇਹ ਕਿੱਡੀ ਕੁ ਵੱਡੀ ਚੁਣੌਤੀ ਹੈ ਤੁਹਾਡੇ ਲਈ? ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਸੰਜੀਵ ਜੀ ਕਿ ਇੱਕ ਜਿਹੜੀ ਡੈਮੋਕ੍ਰੇਸੀ ਹੈ ਇੱਕ ਮੈਚਿਓਰ ਸੁਸਾਇਟੀ ਦੀ ਨਿਸ਼ਾਨੀ ਹੈ, ਅਤੇ ਇਸੇ ਤਰੀਕੇ ਨਾਲ ਮੈਚਿਓਰ ਸੁਸਾਇਟੀ ਦੀ ਨਿਸ਼ਾਨੀ ਇਹ ਵੀ ਹੈ ਕਿ ਅਸੀਂ ਉਸ ਸਾਰੇ ਤਬਕੇ ਨੂੰ, ਹਰ ਤਰੀਕੇ ਦੇ ਇਨਸਾਨ ਨੂੰ, ਹਰ ਕਿਸਮ ਦੇ ਇਨਸਾਨ ਨੂੰ ਅਸੀਂ ਉਹਦੇ ਵਿੱਚ ਸ਼ਾਮਲ ਕਰੀਏ। ਪਹਿਲਾਂ ਕੀ ਸੀਗਾ ਕਿ ਬਹੁਤ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਦੇਖਿਆ ਗਿਆ ਕਿ ਮੇਲ ਫੀਮੇਲ ਤੋਂ ਇਲਾਵਾ ਅਸੀਂ ਪਹਿਲਾਂ ਕਦੇ ਇਹ ਚੀਜ਼ ਸੋਚੀ ਹੀ ਨਹੀਂ ਸੀ ਕਿ ਟਰਾਂਸਜੈਂਡਰ ਵੋਟਰ ਨੂੰ ਵੀ ਅਸੀਂ ਇਨਵੋਲਵ ਕਰਨਾ। ਤਾਂ ਉਸ ਤੋਂ ਬਾਅਦ ਅਸੀਂ ਸਪੈਸ਼ਲ ਇਹਦੇ ਲਈ ਜਿਹੜੀ ਹੈ ਪਿਛਲੇ ਕੁਝ ਸਾਲਾਂ 'ਚ ਮੁਹਿੰਮ ਚਲਾਈ ਗਈ। ਜਿਹੜੇ ਵੋਟਰ ਜਦੋਂ ਸਾਡੀਆਂ ਵੋਟਾਂ ਬਣਦੀਆਂ ਉਹਨਾਂ ਵਿੱਚ ਅਸੀਂ ਖਾਸ ਕਰ ਜਿਹੜੇ ਹੈ ਟਰਾਂਸਜੈਂਡਰ ਗਰੁੱਪਸ ਦੇ ਨਾਲ, NGOs ਦੇ ਨਾਲ ਮਿਲ ਕੇ ਅਸੀਂ ਉਹਨਾਂ ਨੂੰ ਇਨਵੋਲਵ ਕਰਕੇ ਸ਼ੁਰੂ 'ਚ ਬਹੁਤ ਸਾਨੂੰ ਜਿਹੜੀ ਆ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ, ਸਾਨੂੰ ਉਹਨਾਂ ਨਾਲ ਜਾ ਕੇ ਮਿਲਣਾ ਪਿਆ, ਇਨਕਰੇਜ ਕਰਨਾ ਪਿਆ, ਬਟ ਹੁਣ ਬਹੁਤ ਹੀ ਵਧੀਆ ਰਿਸਪੌਂਸ ਹੈ। ਟਰਾਂਸਜੈਂਡਰ ਜਿਹੜੇ ਆ ਵੋਟਸ ਹਰ ਹਲਕੇ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ ਕਾਫੀ ਬਣ ਕੇ ਆ ਰਹੇ ਆ। ਵੋਟਿੰਗ ਦੇ ਟਾਈਮ 'ਤੇ ਵੀ ਅਸੀਂ ਇਨਕਰੇਜ ਕਰਦੇ ਹਾਂ, ਖਾਸ ਕਰ ਇਹਨਾਂ ਨੂੰ NGOs ਨੂੰ ਇਨਵੋਲਵ ਕਰਕੇ। ਬਹੁਤ ਸਾਰੇ ਗਰੁੱਪਸ ਨੇ, ਬਹੁਤ ਸਾਰੀਆਂ ਇਹਨਾਂ ਦੇ ਐਸੋਸੀਏਸ਼ਨਸ ਨੇ ਜੋ ਬਣੀਆਂ ਹੋਈਆਂ, ਅਤੇ ਉਹਨਾਂ ਦੇ ਥਰੂ ਅਸੀਂ ਮੈਸੇਜ ਲਵਾਉਂਦੇ ਹਾਂ ਕਿ ਸਾਰੇ ਆਉਣ ਅਤੇ ਵੋਟ ਪਾਉਣ। ਨਾ ਸਿਰਫ ਟਰਾਂਸਜੈਂਡਰਸ, ਜਿਵੇਂ ਕਿ ਮੈਂ ਦੱਸਿਆ PWD ਵੋਟਰਸ, ਓਲਡ ਏਜ ਵੋਟਰਸ, ਅਸੀਂ ਸਾਰਿਆਂ ਦਾ ਜਿਹੜਾ ਹੈ ਕਮਿਸ਼ਨ ਦੀ ਇਹ ਕੋਸ਼ਿਸ਼ ਹੈ ਕਿ ਉਹ ਖੁਦ ਆ ਕੇ ਜਿਹੜਾ ਹੈ ਬੂਥ ਦੇ ਉੱਤੇ ਵੋਟ ਪਾਉਣ ਅਤੇ ਇਸ ਲੋਕਤੰਤਰ ਦਾ ਹਿੱਸਾ ਬਣਨ। ਸੋ ਬੜਾ ਇੰਪੋਰਟੈਂਟ ਆਸਪੈਕਟ ਹੈ ਕਿ ਉਹ ਲੋਕ ਜਿਹੜੇ ਕਿਸੇ ਵੀ ਸੈਗਮੈਂਟ ਨੂੰ ਬਿਲੋਂਗ ਕਰਦੇ, ਚਾਹੇ ਟਰਾਂਸਜੈਂਡਰ ਨੇ, ਚਾਹੇ PW ਵੋਟਰ ਨੇ, ਚਾਹੇ ਓਲਡ ਏਜ ਦੇ ਵਿੱਚ ਜਿਹੜੇ ਆਦਮੀ ਪੋਲਿੰਗ ਬੂਥ ਤੱਕ ਨਹੀਂ, ਸੋ ਜਿਹੜਾ ਸਰਕਾਰ ਦਾ ਕਮਿਸ਼ਨ ਦਾ ਉਪਰਾਲਾ ਕਿ ਉਹਨਾਂ ਨੂੰ ਅਸੀਂ ਪੋਲਿੰਗ ਬੂਥ ਤੱਕ ਲੈ ਕੇ ਜਾਈਏ ਤਾਂ ਕਿ ਉਹਨਾਂ ਦੇ ਹਿੱਤ ਵੀ ਜਿਹੜੇ ਹੈ ਉਹ ਲੋਕਤੰਤਰ 'ਚ ਐਡਰੈਸ ਹੋ ਸਕਣ ਔਰ ਉਹਨਾਂ ਨੂੰ ਵੀ ਬੀਇੰਗ ਵੋਟਰ ਜਿਹੜਾ ਹੈ ਅਗਰ ਕੈਂਡੀਡੇਟ ਜਿਹੜੇ ਉਹ ਉਸ ਨੂੰ ਜ਼ਿੰਮੇਵਾਰੀ ਸਮਝਦੇ ਔਰ ਉਹਨਾਂ ਦੇ ਹਿੱਤਾਂ ਦੀ ਪੂਰਤੀ ਵੀ ਜਿਹੜੀ ਹੈ ਉਹ ਲੋਕਤੰਤਰ ਵਿੱਚ ਕੀਤੀ ਜਾਏ। ਮੈਂ ਸਰ ਤੁਹਾਡੇ ਕੋਲੋਂ ਕਿ ਕੈਂਡੀਡੇਟ ਜਿਹੜੇ ਹੈਗੇ ਆ ਉਹ ਬਹੁਤ ਸਾਰੇ ਉਮੀਦਵਾਰ ਜਦੋਂ ਚੋਣਾਂ ਵਿੱਚ ਆਉਂਦੇ ਆ ਤਾਂ ਉਹਨਾਂ ਦਾ ਪ੍ਰੋਫਾਈਲ ਜਿਹੜਾ ਹੈ ਉਹ ਕੀ ਕੋਈ ਜਿਹੜਾ ਵੋਟਰ ਆ ਉਹ ਚੈੱਕ ਕਰ ਸਕਦਾ? ਜੇ ਚੈੱਕ ਕਰਨਾ ਚਾਹੇ ਤਾਂ ਉਹਦੇ ਵਾਸਤੇ ਕੀ ਖਾਸ ਇੰਤਜ਼ਾਮ ਜਿਹੜੇ ਹੈ ਕਿਸ ਤਰੀਕੇ ਦੇ ਨਾਲ ਪੋਸੀਬਲ? ਹਾਂ ਜ਼ਰੂਰ। ਇਹ ਤੋਂ ਪਹਿਲਾਂ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਚੀਜ਼ ਮੈਂ ਜ਼ਰੂਰ ਹੋਰ ਐਡ ਕਰਨਾ ਚਾਹੂੰਗਾ ਕਿ ਤੁਸੀਂ ਗੱਲ ਕੀਤੀ ਸੀ PWD ਵੋਟਰਸ ਔਰ ਓਲਡ ਏਜ ਵੋਟਰਸ ਦੀ। ਇਸ ਵਾਰ ਤੋਂ ਜਿਹੜਾ ਹੈ ਕਮਿਸ਼ਨ ਨੇ ਪੋਸਟਲ ਬੈਲਟ ਜਿਹੜਾ ਹੈ ਉਹਦੀ ਵੀ ਜਿਹੜੀ ਸੁਵਿਧਾ ਹੈ ਉਹ ਉਹਨਾਂ ਤੱਕ ਐਕਸਟੈਂਡ ਕਰਤੀ ਹੈ। ਪਹਿਲਾਂ ਸਿਰਫ ਜਿਹੜੇ ਸਰਵਿਸ ਵੋਟਰ ਜਾਂ ਜਿਹੜੇ ਲੋਕ ਡਿਊਟੀ 'ਤੇ ਹੁੰਦੇ ਸੀ ਉਹਨਾਂ ਲਈ ਹੀ ਇਹ ਫੈਸਿਲਿਟੀ ਸੀ। ਹੁਣ ਇਸ ਚੀਜ਼ ਨੂੰ ਧਿਆਨ ਰੱਖਦੇ ਹੋਏ ਕਿ ਹੋ ਸਕਦਾ ਬਹੁਤ ਓਲਡ ਏਜ ਜਿਹੜੇ ਲੋਕ ਇੱਦਾਂ ਦੇ ਗਰੁੱਪ 'ਚ ਹੋਣ ਕਿ ਉਹ ਬੈੱਡ ਰਿਡਨ ਹੋਣ ਜਾਂ PWD ਇੰਨੇ ਜ਼ਿਆਦਾ ਫਿਜ਼ੀਕਲੀ ਉਹਨਾਂ ਦੀ ਲਿਮਿਟੇਸ਼ਨ ਹੋਵੇ ਕਿ ਸਾਡੀ ਸਾਰੀ ਕੋਸ਼ਿਸ਼ਾਂ ਦੇ ਬਾਵਜੂਦ ਉਹ ਪੋਲਿੰਗ ਬੂਥ 'ਤੇ ਨਹੀਂ ਆ ਸਕਦੇ, ਤਾਂ ਉਹਨਾਂ ਲਈ ਜਿਹੜਾ ਹੈ ਪੋਸਟਲ ਬੈਲਟ। ਜੇ ਉਹ ਪੋਸਟਲ ਬੈਲਟ ਦਾ ਪ੍ਰਯੋਗ ਕਰਨਾ ਚਾਹਣ ਤਾਂ ਉਹਦੇ ਲਈ ਕੀ ਉਹਨਾਂ ਨੂੰ ਕਰਨਾ ਪਏਗਾ? ਉਹਦੇ ਲਈ ਇੱਕ ਜੋ ਹੈ ਵੋਟਾਂ ਤੋਂ ਪਹਿਲਾਂ ਸਾਡੇ BLOs ਦੇ ਥਰੂ ਹੀ ਉਹਨਾਂ ਨੂੰ ਅਸੀਂ ਜਿਹੜੇ ਹੈ ਫਾਰਮ ਭੇਜਾਂਗੇ, ਉਹਦੇ 'ਤੇ ਉਹ ਐਕਨੋਲੇਜ ਕਰਨਗੇ। ਅਸੀਂ ਜਿਹੜਾ BLO ਉਹਨਾਂ ਨੂੰ ਦੱਸੇਗਾ ਕਿ ਕਿਸ ਤਰੀਕੇ ਨਾਲ ਵੋਟ ਪਾਈ ਜਾਣੀ ਹੈ, ਅਤੇ ਫਿਰ ਵੋਟਾਂ ਤੋਂ ਪਹਿਲਾਂ ਜਿਸ ਤਰੀਕੇ ਨਾਲ ਪੋਲਿੰਗ ਪਾਰਟੀ ਬਣ ਕੇ ਜਾਂਦੀ ਹੈ ਤਾਂ ਜਿਨ੍ਹਾਂ ਵੱਲੋਂ ਸਾਨੂੰ ਇਹ ਐਕਨੋਲੇਜਮੈਂਟ ਵਿੱਚ ਯੈਸ ਹੋਏਗੀ ਉਹਨਾਂ ਨੂੰ ਉਹ ਪੋਲਿੰਗ ਪਾਰਟੀ ਇੱਕ ਸੈਕਟਰ ਅਫਸਰ ਲੱਗ ਕੇ ਉਹ ਉਹਨਾਂ ਦੀ ਫਿਰ ਵੋਟ ਜਿਹੜੀ ਹੈ ਪਵਾਏਗਾ। ਉਹਦੀ ਜੋ ਹੈ ਪੂਰੀਆਂ ਸਟ੍ਰਿਕਟ ਜਿਹੜੀਆਂ ਹੈ ਇੰਸਟਰਕਸ਼ਨਸ ਨੇ ਤਾਂ ਕਿ ਉਹ ਜਿਹੜੀ ਵੋਟ ਸੀਕ੍ਰੇਸੀ ਉੱਦਾਂ ਦੀ ਉੱਦਾਂ ਹੀ ਮੇਨਟੇਨ ਰਹੇ। ਜੀ, ਸੋ ਬੜਾ ਇੰਪੋਰਟੈਂਟ ਉਪਰਾਲਾ ਜਿਹੜਾ ਹੈ ਕਿ ਹਰ ਵੋਟਰ ਜਿਹੜਾ ਹੈ ਉਸ ਦੀ ਵੋਟ ਕਾਸਟ ਹੋਵੇ ਤਾਂ ਕਿ ਕਿਤੇ ਨਾ ਕਿਤੇ ਮੈਕਸਿਮਮ ਟਰਨ ਆਊਟ ਔਰ ਜਿਹੜੀ ਇਹ ਪਾਰਟੀਸਪੇਸ਼ਨ ਹੈ ਬਹੁਤ ਇੰਪੋਰਟੈਂਟ ਹੈ। ਸਰ ਜਿਹੜਾ ਕੁਐਸਚਨ ਮੈਂ ਤੁਹਾਡੇ ਕੋਲ ਪੁੱਛਿਆ, ਮੈਂ ਪਹਿਲਾਂ ਚਾਹੂੰਗਾ ਕਿ ਸਚਿਨ ਜੀ ਇਹਨਾਂ ਨੂੰ ਨਾਲ ਸ਼ਾਮਿਲ ਕਰਦੇ ਆ ਕਿ ਕਿਸੇ ਅਗਰ ਕੈਂਡੀਡੇਟ ਦਾ ਪ੍ਰੋਫਾਈਲ ਅਗਰ ਵੋਟਰ ਚੈੱਕ ਕਰਨਾ ਚਾਹੁੰਦਾ ਤਾਂ ਉਹਦੇ ਵਾਸਤੇ ਬੀਇੰਗ ਪੱਤਰਕਾਰ ਤੁਸੀਂ ਕਿਸ ਤਰੀਕੇ ਦੇ ਨਾਲ ਸਹਾਈ ਹੋ ਸਕਦੇ? ਕੀ ਤੁਸੀਂ ਉਮੀਦਵਾਰਾਂ ਦਾ ਪ੍ਰੋਫਾਈਲ ਜਿਹੜਾ ਹੈ ਉਹ ਵੋਟਰਾਂ ਤੱਕ ਪਹੁੰਚਾਉਣ ਵਿੱਚ ਕਿਤੇ ਆਪਣੀ ਭੂਮਿਕਾ
ਨਿਭਾਉਂਦੇ ਹੋ, ਕਿਸ ਤਰੀਕੇ ਨਾਲ ਦੇਖਦੇ ਹੋ ਇਸ ਚੀਜ਼? ਬਿਲਕੁਲ ਜੀ, ਜਿਹੜੇ ਆਪਣੇ ਵੋਟਰ ਹੈਗੇ ਨੇ ਉਹਨਾਂ ਨੂੰ ਜਿਹੜੀ ਸਾਰੀ ਜਾਣਕਾਰੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਜਿਸ ਨੂੰ ਚੁਣ ਕੇ ਵੋਟਾਂ ਪਾ ਕੇ ਚੁਣਨਾ ਹੈਗਾ ਆ ਜੀ, ਤੇ ਉਸ ਦੇ ਬਾਰੇ ਪਤਾ ਹੀ ਨਹੀਂ ਹੈਗਾ ਕਿਸ ਤਰ੍ਹਾਂ ਦਾ ਬੰਦਾ ਸਹੀ ਗਲਤ ਆ, ਤੇ ਇਸ ਕਰਕੇ ਵੋਟਰ ਧੋਖੇ ਵਿੱਚ ਰਹੇਗਾ ਜੀ। ਬਾਕੀ ਸਾਡਾ ਪ੍ਰੈਸ ਦਾ ਕੰਮ ਹੋਣ ਕਰਕੇ ਇਹ ਫਰਜ਼ ਬਣਦਾ, ਚਾਹੇ ਅੱਜ ਕੱਲ੍ਹ ਦੇ ਯੁੱਗ 'ਚ ਆਪਾਂ ਕਹਿ ਲਈਏ ਸੋਸ਼ਲ ਮੀਡੀਆ ਬਹੁਤ ਐਕਟਿਵ ਆ ਜੀ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਲੋਕ ਹੈਗੇ ਆ ਉਹ ਜਿਹੜੇ ਮੀਡੀਆ 'ਤੇ ਯਕੀਨ ਕਰਦੇ ਨੇ, ਕਿਉਂਕਿ ਮੀਡੀਆ ਇੱਕ ਚੌਥਾ ਸਤੰਭ ਮੰਨਿਆ ਜਾਂਦਾ ਆ ਜੀ। ਔਰ ਮੀਡੀਆ ਦਾ ਇਹ ਫਰਜ਼ ਬਣਦਾ ਆ ਕਿ ਜੋ ਲੋਕਾਂ ਨੂੰ ਸਹੀ ਤੇ ਪੁਖਤਾ ਜਾਣਕਾਰੀ ਦਿੱਤੀ ਜਾਵੇ, ਜੀ, ਜਿਹਦੇ ਨਾਲ ਲੋਕ ਆਪਣੀ ਵੋਟ ਦਾ ਸਹੀ ਤੁਸੀਂ ਪ੍ਰਯੋਗ ਕਰ ਸਕਣ। ਬੜੀ ਇੰਪੋਰਟੈਂਟ ਗੱਲ ਕੀਤੀ ਕਿ ਪੁਖਤਾ ਜਾਣਕਾਰੀ ਜਿਹੜੀ ਹੈ, ਸੋ ਪੁਖਤਾ ਜਾਣਕਾਰੀ ਉਮੀਦਵਾਰਾਂ ਦੇ ਬਿਊਰੇ ਦੀ ਪੂਰੀ ਜਿਹੜੀ ਜਾਣਕਾਰੀ ਹੈ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਡਾਕਟਰ ਸਾਹਿਬ ਕੁਛ ਉਪਰਾਲਾ ਕੀਤਾ ਗਿਆ। ਉਹ ਕਿਸ ਤਰੀਕੇ ਦੇ ਨਾਲ ਵੋਟਰ ਜਿਹੜਾ ਹੈ ਉਮੀਦਵਾਰ ਦਾ ਪ੍ਰੋਫਾਈਲ ਚੈੱਕ ਕਰ ਸਕਦਾ, ਜੋ ਉਹਦੀ ਪੁਖਤਾ ਜਾਣਕਾਰੀ ਲੈ ਸਕਦਾ, ਸੋ ਇਹਦੇ ਬਾਰੇ? ਇਹਦੇ ਵਿੱਚ ਜੀ ਬਿਲਕੁਲ ਨੋਮੀਨੇਸ਼ਨਸ ਦੇ ਵਿੱਚ ਬਹੁਤ ਹੀ ਕਲੀਅਰ ਇੰਸਟਰਕਸ਼ਨਸ ਨੇ। ਈਵਨ ਉਮੀਦਵਾਰ ਖੁਦ ਨੇ ਵੀ ਇੱਕ ਐਫੀਡੇਵਿਟ ਜਿਹੜਾ ਹੁੰਦਾ ਦੇਣਾ ਹੁੰਦਾ ਕਿ ਉਹਦੇ ਵਿੱਚ ਉਹਦੀ ਸਾਰੀ ਜਾਣਕਾਰੀ, ਚਾਹੇ ਫਾਈਨੈਂਸ਼ੀਅਲ ਚਾਹੇ ਕੋਈ ਬੈਕਗਰਾਊਂਡਸ, ਉਹ ਵੀ ਹੈ। ਉਸ ਤੋਂ ਇਲਾਵਾ ਜਦੋਂ ਇਹ ਨੋਮੀਨੇਸ਼ਨਸ ਦਾ ਪ੍ਰੋਸੈਸ ਚੱਲਦਾ ਤਾਂ ਆਰਓ ਦੁਆਰਾ ਇਸ ਜਿਹੜੀ ਉਹਨਾਂ ਦੇ ਕਾਗਜ਼ਾਤ ਹੈ ਉਹਨਾਂ ਨੂੰ ਡਿਸਪਲੇ ਕੀਤਾ ਜਾਂਦਾ ਨੋਟਿਸ ਬੋਰਡ 'ਤੇ, ਅਤੇ ECI ਦੀ ਸਾਈਟ ਉੱਤੇ ਵੀ, ਵੈਬਸਾਈਟ ਉੱਤੇ ਵੀ ਜਿਹੜੀ ਹੈ ਇਹ ਜਾਣਕਾਰੀ ਉਪਲਬਧ ਹੁੰਦੀ ਹੈ। ਜੀ, ਸੋ ਸਾਨੂੰ ਸਿਰਫ ਜਾਗਰੂਕ ਹੋਣਾ ਪਏਗਾ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਉਮੀਦਵਾਰ ਚੁਣਨ ਵਾਸਤੇ ਚਾਹੀਦੀ ਉਹ ਲੋੜੀਂਦੀ ਤੁਹਾਨੂੰ ਮੁਹੱਈਆ ਹੋ ਸਕੇ। ਵੈਬਸਾਈਟਸ ਆ, ਸੋਸ਼ਲ ਮੀਡੀਆ ਦਾ ਪ੍ਰਯੋਗ ਹੋ ਰਿਹਾ ਜਿਸ ਤਰ੍ਹਾਂ ਸਰ ਨੇ ਦੱਸਿਆ, ਔਰ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਹੈ ਉਹ ਜਿਹੜੀਆਂ ਅਗਰ ਕਿਸੇ ਦਾ ਕ੍ਰਿਮੀਨਲ ਬੈਕਡ੍ਰੌਪ ਹੈ ਤਾਂ ਉਸ ਦਾ ਨੋਟਿਸ ਬੋਰਡ ਵੀ ਉਹਦੇ ਉੱਤੇ ਵੀ ਜਿਹੜਾ ਹੈ ਉਹ ਵੀ ਡਿਸਪਲੇ ਹੋਏਗਾ। ਸਰ ਇੱਕ ਚੀਜ਼ ਹੋਰ ਕਿ ਹੁਣ ਇਲੈਕਸ਼ਨ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗਲਤ ਪ੍ਰੈਕਟਿਸਿਸ ਵੀ ਜਿਹੜੀਆਂ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਵੋਟਰ ਨੂੰ ਭਰਮਾਉਣ ਵਾਸਤੇ ਕੀਤੀਆਂ ਜਾਂਦੀਆਂ। ਜੇ ਕੋਈ ਵੋਟਰ ਇਹੋ ਜਿਹੀ ਸ਼ਿਕਾਇਤ ਕਰਨਾ ਚਾਹੇ ਕਿ ਕਿਤੇ ਕਿਸੇ ਇਲਾਕੇ ਦੇ ਵਿੱਚ ਕੋਈ ਗਲਤ ਪ੍ਰੈਕਟਿਸ ਹੋ ਰਹੀ ਹੈ, ਵੋਟਰ ਨੂੰ ਬਰਗਲਾਇਆ ਜਾ ਰਿਹਾ ਧਰਮ ਦੇ ਆਧਾਰ 'ਤੇ ਜਾਂ ਕਿਸੇ ਪ੍ਰਲੋਭਨ ਦੇ ਆਧਾਰ 'ਤੇ, ਤਾਂ ਉਹ ਸ਼ਿਕਾਇਤ ਕਿੱਦਾਂ ਔਰ ਕਿੱਥੇ ਦਰਜ ਕਰਵਾ ਸਕਦਾ? ਇਹਦੇ ਲਈ ਸੁਨੀਲ ਜੀ, ਜੋ ਸਾਡੇ ਪਹਿਲਾਂ ਤਾਂ ਜ਼ਿਲ੍ਹਾ ਪੱਧਰ 'ਤੇ ਜੇ ਆਪਾਂ ਗੱਲ ਕਰੀਏ, ਇਹਨੂੰ ਜੇ ਆਪਾਂ ਡਿਸਟ੍ਰਿਕਟ ਲੈਵਲ 'ਤੇ ਗੱਲ ਕਰੀਏ ਤਾਂ ਜੋ DC ਸਾਹਿਬ, ਜੋ DEO ਹੁੰਦੇ ਨੇ, ਉਹਨਾਂ ਦੇ ਲੈਵਲ 'ਤੇ ਇੱਕ ਜਿਹੜੀ ਹੈ ਨੰਬਰ ਜਿਹੜਾ ਦਿੱਤਾ ਜਾਂਦਾ ਸ਼ਿਕਾਇਤ ਲਈ ਖਾਸ ਕਰ। ਇਸੇ ਤਰੀਕੇ ਨਾਲ ਹਰ ਕੌਂਸਟੀਚੁਐਂਸੀ ਦੇ ਜੋ RO ਹੈ ਉਹਨਾਂ ਲਈ ਮੈਂਡੇਟਰੀ ਹੈ ਕਿ ਇਸ ਜਿਹੜਾ ਨੰਬਰ ਹਰੇਕ ਕੌਂਸਟੀਚੁਐਂਸੀ ਲਈ ਵੱਖਰਾ ਦਿੱਤਾ ਜਾਵੇ। ਇਸ ਤੋਂ ਇਲਾਵਾ 1950 ਜੋ ਸਾਡੀ ਵੋਟਰ ਹੈਲਪਲਾਈਨ ਹੈ, ਉਹ ਉਸ ਦੇ ਉੱਤੇ ਵੀ ਕੰਪਲੇਂਟ ਦਿੱਤੀ ਜਾ ਸਕਦੀ ਹੈ। ਜਿੱਦਾਂ ਹੀ ਇਲੈਕਸ਼ਨਸ ਦਾ ਹੋਰ ਸਮਾਂ ਨੇੜੇ ਆਉਂਦਾ ਤਾਂ C-Vigil ਜਿਹੜੀ ਹੈਗੀ ਇੱਕ ਐਪ ਹੈ ਜਿਸ ਦੇ ਉੱਤੇ ਕਿ ਕੋਈ ਵੀ ਜਿਹੜਾ ਵੋਟਰ ਹੈ, ਆਮ ਨਾਗਰਿਕ ਹੈ, ਉਹ ਉਹਨੂੰ ਲੱਗੇ ਅਤੇ ਉਸੇ ਵੇਲੇ ਜਿਹੜੀ ਹੈ ਉਹਦੀ ਫੋਟੋ ਖਿੱਚ ਕੇ ਅਤੇ ਉਹਨੂੰ ਪਾਉਣਾ ਹੁੰਦਾ। ਅਤੇ ਇਹ ਜਿਹੜੀ ਹੈ ਬਿਲਕੁਲ ਟਾਈਮ ਬਾਊਂਡ ਤਰੀਕੇ ਨਾਲ 100 ਮਿੰਟ ਦੇ ਵਿੱਚ ਜਿਹੜੀ ਹੈ ਕੰਪਲੇਂਟ ਰਿਜ਼ੋਲਵ ਕਰਨੀ ਹੁੰਦੀ ਹੈ। ਸੋ ਆਈ ਸਪੋਜ਼ ਇਹ ਬਹੁਤ ਹੀ ਜਿਹੜੀ ਵਧੀਆ ਚੀਜ਼ ਹੈ। ਸੋ ਬੜਾ ਇੰਪੋਰਟੈਂਟ ਹੈ ਕਿ ਇੱਕ ਤਾਂ ਤੁਸੀਂ ਹੈਲਪਲਾਈਨ ਨੰਬਰ ਜਿਹੜਾ ਹੈ 1950 ਸਾਡੇ ਦਰਸ਼ਕਾਂ ਵਾਸਤੇ ਦੱਸਿਆ ਹੈ ਕਿ ਵੋਟਰ ਹੈਲਪਲਾਈਨ 1950 ਦੇ ਉੱਤੇ ਤੁਸੀਂ ਵੋਟ ਸੰਬੰਧੀ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਆ ਔਰ ਸ਼ਿਕਾਇਤ ਵੀ ਦੇ ਸਕਦੇ। ਔਰ ਦੂਸਰਾ ਸਰ ਨੇ ਦੱਸਿਆ ਕਿ C-Vigil ਕਰਕੇ ਵੈਬਸਾਈਟ ਜਿਹੜੀ ਹੈ, ਹਾਂਜੀ, ਐਪਲੀਕੇਸ਼ਨ ਹੈ ਜਿਹੜੀ ਹੈ, ਉਸ ਦੇ ਉੱਤੇ ਵੀ ਸਾਰੀਆਂ ਜਾਣਕਾਰੀਆਂ ਔਰ ਸ਼ਿਕਾਇਤ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਵਿਦ ਫੋਟੋਗ੍ਰਾਫ, ਔਰ ਉਹਦੇ ਉੱਤੇ 100 ਮਿੰਟ ਦੇ ਅੰਦਰ ਅੰਦਰ ਹੀ ਉਸ ਨੂੰ ਕੰਸਰਨਡ ਅਥਾਰਟੀਜ਼ ਰਿਜ਼ੋਲਵ ਕਰਨਗੀਆਂ। ਸੋ ਬੜਾ ਪ੍ਰੋਮਪਟ ਐਕਸ਼ਨ ਜਿਹੜਾ ਇਮੀਡੀਏਟਲੀ ਉਸ ਦੇ ਉੱਤੇ ਲਿਆ ਜਾਂਦਾ। ਮੈਂ ਚੂੰਕਿ ਸਚਿਨ ਤੁਹਾਡੇ ਕੋਲੋਂ ਕਿ ਵੋਟਰ ਦੀ ਰਿਸਪੌਂਸਿਬਿਲਟੀ ਇਹਨਾਂ ਆਮ ਤੌਰ 'ਤੇ ਚੁਣਾਵ ਦੇ ਵਿੱਚ ਗੱਲ ਕਰੀਏ ਬਹੁਤ ਜ਼ਿਆਦਾ ਹੁੰਦੀ ਹੈ, ਸੋ ਉਹਦੀ ਭੂਮਿਕਾ ਨੂੰ ਤੁਸੀਂ ਕਿੱਦਾਂ ਅਸੈਸ ਕਰਦੇ ਹੋ? ਵੋਟਰ ਦੀ ਭੂਮਿਕਾ ਨੂੰ ਆਪਾਂ ਇਸ ਤਰ੍ਹਾਂ, ਕਿਉਂਕਿ ਜਿਸ ਤਰ੍ਹਾਂ ਜਿਵੇਂ ਸਾਨੂੰ ਦੱਸਿਆ ਹੀ ਆ, ਸਾਡਾ ਦੇਸ਼ ਜਿਹੜਾ ਹੈਗਾ ਆ ਜੀ ਵਰਲਡ 'ਚ ਮਤਲਬ ਸਭ ਤੋਂ ਵੱਡਾ ਲੋਕਤੰਤਰ ਦੇ ਵਿੱਚ ਹੈਗਾ ਜੀ। ਜਿਹੜਾ ਅਮਰੀਕਾ ਹੈ ਉਹ ਸਭ ਤੋਂ ਪੁਰਾਣਾ ਹੈ, ਪਰ ਜਿਹੜਾ ਸਭ ਤੋਂ ਵੱਧ ਲੋਕਤੰਤਰ ਪੁਰਾਣਾ ਉਹ ਇੰਡੀਆ ਦਾ ਹੀ ਹੈਗਾ ਆ। ਸਭ ਤੋਂ ਜ਼ਿਆਦਾ ਪਾਪੂਲੇਸ਼ਨ ਵਾਈਜ਼ ਇੰਡੀਆ ਦਾ ਹੈਗਾ ਜੀ। ਅਤੇ ਵੋਟਰ ਨੂੰ ਦੇਖੋ ਜੀ, ਅੱਜ ਕੱਲ੍ਹ ਤਾਂ ਵੈਸੇ ਦੱਸਿਆ ਪੜ੍ਹੇ ਲਿਖੇ ਸਾਰੇ ਹੈਗੇ ਨੇ। ਵੋਟਰ ਨੂੰ ਆਪਣੀ ਵੋਟ ਪਾਉਣ ਤੋਂ ਪਹਿਲਾਂ ਉਹ ਜਿਸ ਤਰ੍ਹਾਂ ਮੈਂ ਦੱਸਿਆ ਕਿ ਪੂਰੀ ਘੋਖ ਜਿਹੜੀ ਹੈ ਕਰਨੀ ਚਾਹੀਦੀ ਹੈ। ਮੈਂ ਡਾਕਟਰ ਸਾਹਿਬ ਤੁਹਾਡੇ ਕੋਲੋਂ ਕਿ ਹੁਣ ਇਲੈਕਸ਼ਨ ਕਮਿਸ਼ਨ ਨੇ
ਇਸ ਵਾਰ ਹੈ ਕਿ ਅਗਰ ਸਪੋਜ਼ ਸਾਨੂੰ ਬਹੁਤ ਸਾਰੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਔਰ ਸਾਨੂੰ ਕੋਈ ਉਮੀਦਵਾਰ ਉਹਨਾਂ 'ਚੋਂ ਪਸੰਦ ਨਹੀਂ, ਤਾਂ ਉਹਦੇ ਵਾਸਤੇ ਨੋਟਾ ਦਾ ਇਸਤੇਮਾਲ ਹੈ। ਇਹ ਕਿਸ ਤਰੀਕੇ ਦੇ ਨਾਲ ਅਸੀਂ ਚੂਜ਼ ਕਰ ਸਕਦੇ ਔਰ ਇਹਦਾ ਇੰਪੈਕਟ ਕਿੱਦਾਂ ਆਉਂਦਾ ਹੈ, ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਜੀ ਬੜਾ ਇੱਕ ਪ੍ਰੋਗਰੈਸਿਵ ਸਟੈਪ ਮੈਂ ਇਹਨੂੰ ਕਹੂੰਗਾ, ਕਿਉਂਕਿ ਖਾਸ ਕਰ ਯੰਗ ਵੋਟਰਸ ਇਹ ਸਮਝਦੇ ਸੀਗੇ ਕਿ ਮੇਰੀ ਵੋਟ ਨਾਲ ਕੀ ਫਰਕ ਪੈਣਾ। ਨੋਟਾ ਇੱਕ ਤਰੀਕੇ ਨਾਲ ਉਹਨਾਂ ਨੂੰ ਐਮਪਾਵਰ ਕੀਤਾ ਜੀ ਕਿ ਸਾਨੂੰ ਇਹ ਲੱਗੇ ਕਿ ਕੋਈ ਵੀ ਕੈਂਡੀਡੇਟ ਜੋ ਅਵੇਲੇਬਲ ਹੈ ਉਹ ਮੇਰੀ ਵੋਟ ਦੇ ਲਾਇਕ ਨਹੀਂ ਹੈ ਜੀ, ਤਾਂ ਮੈਂ ਇੱਕ ਤਰੀਕੇ ਨਾਲ ਆਪਣਾ, ਜਿਹਨੂੰ ਆਪਾਂ ਕਹਿ ਸਕਦੇ ਹਾਂ, ਮੈਂ ਸ਼ਬਦ ਯੂਜ਼ ਕਰਨਾ ਚਾਹੂੰਗਾ ਕਿ ਇੱਕ ਤਰੀਕੇ ਨਾਲ ਅਸੀਂ ਪ੍ਰੋਟੈਸਟ ਰਜਿਸਟਰ ਕਰ ਰਹੇ ਹਾਂ ਜੀ। ਸੋ ਇਟ ਅਲਟੀਮੇਟਲੀ ਜਦੋਂ ਪੂਰੇ ਕੌਂਸਟੀਚੁਐਂਸੀ ਦੇ ਵਿੱਚ ਜੀ ਜਾਂ ਪੂਰੇ ਜ਼ਿਲ੍ਹੇ ਦੇ ਵਿੱਚ ਜਾਂ ਪੂਰੀ ਸਟੇਟ ਦੇ ਵਿੱਚ ਕਿੰਨੇ ਜਿਹੜੇ ਹੈ ਨੋਟਾ ਆਏ ਆ, ਸੋ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਇਹ ਫਿਰ ਮੈਸੇਜ ਕਨਵੇ ਹੁੰਦਾ ਕਿ ਸਾਨੂੰ ਇਹ ਕੈਂਡੀਡੇਟ ਜਿਹੜਾ ਹੈ ਹੋਰ ਇੰਪਰੂਵ ਕਰਨ ਦੀ ਲੋੜ ਹੈ। ਇੱਦਾਂ ਦੇ ਕੈਂਡੀਡੇਟ ਅਸੀਂ ਰੇਸ ਵਿੱਚ ਨਾ ਉਤਾਰੀਏ ਜਿਹੜੇ ਕਿ ਜੇ ਕਿਸੇ ਕੌਂਸਟੀਚੁਐਂਸੀ ਦੇ ਵਿੱਚ ਮੰਨ ਲਓ ਨੋਟਾ ਦੀਆਂ ਵੋਟਾਂ ਕੈਂਡੀਡੇਟਸ ਤੋਂ ਵੱਧ ਜਾਣ, ਤਾਂ ਉਸ ਸਥਿਤੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਫੈਸਲਾ ਜਿਹੜਾ ਔਰ ਇਹ ਬਿਲਕੁਲ ਤੁਹਾਡਾ ਜਿਹੜਾ ਸਵਾਲ ਹੈ ਕਿ ਇਹ ਹਾਲੇ ਤੱਕ ਇਹ ਚੀਜ਼ ਸਿਚੁਏਸ਼ਨ ਨਹੀਂ ਕਿਤੇ ਵੀ ਕ੍ਰੀਏਟ ਹੋਈ ਹੈ, ਬਟ ਇਹ ਪ੍ਰੋਬੇਬਲੀ ਸਾਨੂੰ ਸੋਚਣ ਦੀ ਲੋੜ ਹੈ ਕਿ ਜੇ ਇਦਾਂ ਦੀ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ ਤਾਂ ਕਿੱਥੇ ਤੱਕ ਇਹ ਗੱਲ ਜਾ ਸਕਦੀ ਹੈ ਜੀ। ਸੋ ਬੜਾ ਇੰਪੋਰਟੈਂਟ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਇਹਦੇ ਵਿੱਚ ਪ੍ਰੋਵੀਜ਼ਨਸ ਕੀਤੀਆਂ ਕਿ ਜੇ ਨੋਟਾ ਵਿਨ ਕਰਦਾ ਹੈ ਤਾਂ ਸ਼ਾਇਦ ਸਾਨੂੰ ਉਹ ਉਮੀਦਵਾਰ ਜਿਹੜੇ ਪਹਿਲਾਂ ਕੰਟੈਸਟ ਕਰਦੇ ਸੀ ਉਹ ਵਿਡਰੋ ਹੋ ਜਾਣਗੇ ਔਰ ਨੈਕਸਟ ਇਲੈਕਸ਼ਨ ਦੁਬਾਰਾ ਹੋਏਗਾ। ਮੈਂ ਸਰ ਚੂੰਕਿ ਹੁਣ ਅਸੀਂ ਕੋਵਿਡ ਦੇ ਕਾਲ ਦੇ ਵਿੱਚੋਂ ਬਾਹਰ ਨਿਕਲੇ ਹਾਂ ਔਰ ਪੋਸਟ ਕੋਵਿਡ ਦੇ ਵਿੱਚ ਇਲੈਕਸ਼ਨ ਜਿਹੜੇ ਆ ਹੁਣ ਹੋਣ ਜਾ ਰਹੇ, ਸੋ ਇਹਦੇ ਵਿੱਚ ਕੋਈ ਖਾਸ ਗਾਈਡਲਾਈਨਸ, ਕੁਝ ਖਾਸ ਹਿਦਾਇਤਾਂ, ਇੰਤਜ਼ਾਮ ਜਿਹੜੇ ਹੈ ਕੋਵਿਡ ਨੂੰ ਧਿਆਨ ਵਿੱਚ ਰੱਖਦੇ ਹੋਏ? ਇਹ ਬਿਲਕੁਲ ਬਹੁਤ ਹੀ ਰੈਲੇਵੈਂਟ ਕੁਐਸਚਨ ਹੈ ਸੰਜੀਵ ਜੀ, ਤੇ ਖਾਸ ਕਰ ਜਿਵੇਂ ਅਸੀਂ ਪਹਿਲਾਂ ਵੀ ਦੇਖਿਆ ਕਿ ਜਿੱਦਾਂ ਹੀ ਕੁਝ ਕੇਸ ਘਟਦੇ ਆ ਤਾਂ ਅਸੀਂ ਸਾਰੇ ਹੀ ਇਨਕਲੂਡਿੰਗ ਆਲ ਆਫ ਅਸ ਅਸੀਂ ਥੋੜ੍ਹੇ ਜਿਹੇ ਆਪਣਾ ਗਾਰਡ ਡਾਊਨ ਕਰ ਲੈਂਦੇ ਹਾਂ ਜੀ। ਬਟ ਜਿਉਂ-ਜਿਉਂ ਇਹ ਸਮਾਂ ਨੇੜੇ ਆਉਣਾ, ਕਰਾਊਡ ਵਧਣੇ ਆ, ਰੈਲੀਜ਼ ਹੋਣੀਆਂ, ਇਹ ਚੀਜ਼ ਜਿਹੜੀ ਹੈ ਹਮੇਸ਼ਾ ਖਦਸ਼ਾ ਬਣਿਆ ਰਹਿੰਦਾ। ਹੁਣ ਖਾਸ ਕਰ ਓਮੀਕਰੋਨ ਵੇਰੀਐਂਟ ਦੀ ਜੇ ਆਪਾਂ ਗੱਲ ਕਰੀਏ, ਸਾਰੇ ਦੁਨੀਆ 'ਚ ਕੇਸ ਵਧ ਰਹੇ ਆ, ਸੋ ਸਾਨੂੰ ਵੀ ਇਹਦੇ ਲਈ ਬਿਲਕੁਲ ਤਿਆਰ ਰਹਿਣਾ ਪੈਣਾ। ਕਮਿਸ਼ਨ ਵੱਲੋਂ ਕਿਉਂਕਿ ਪਹਿਲਾਂ ਵੀ ਕੁਝ ਇਲੈਕਸ਼ਨਸ ਜਿਹੜੇ ਆ ਕਰੋਨਾ ਕਾਲ ਦੇ ਵਿੱਚ ਆਲਰੇਡੀ ਕਈ ਸਟੇਟਾਂ 'ਚ ਹੋਏ ਆ, ਤਾਂ ਉਸ ਤੋਂ ਬਾਅਦ ਹੁਣ ਕਾਫੀ ਜਿਹੜੀ ਹੈ ਤਿਆਰੀ ਇਹਦੀ ਇੱਕ ਜਿਹਨੂੰ ਆਪਾਂ ਕਹੀਏ SOP ਬਣ ਚੁੱਕਾ ਹੈ। ਜਿਹੜੀ ਸਾਡੀ ਵੋਟਿੰਗ ਹੈ ਉਹਦੇ ਵਿੱਚ ਸੋਸ਼ਲ ਡਿਸਟੈਂਸ ਮੇਨਟੇਨ ਕਰਨਾ ਜ਼ਰੂਰੀ ਹੈ, ਉੱਥੇ ਮਾਰਕਿੰਗ ਕਰਕੇ ਲੋਕਾਂ ਦੀ ਜਿਹੜੀ ਲਾਈਨ ਹੈ ਉਹਨਾਂ ਵਿੱਚ ਜਿਹੜਾ 3 ਗਜ਼ ਦਾ ਦੂਰੀ ਹੈ ਉਹਨੂੰ ਬਣਾ ਕੇ ਰੱਖਣਾ। ਉਸ ਤੋਂ ਇਲਾਵਾ ਉੱਥੇ ਮਾਸਕ ਜਿਹੜਾ ਹੈਗਾ ਮੈਂਡੇਟਰੀ ਹੋਏਗਾ। ਸਾਡੀਆਂ ਹੈਲਥ ਟੀਮਸ ਹੋਣਗੀਆਂ ਉੱਥੇ, ਜੋ ਕਿਸੇ ਨੇ ਮਾਸਕ ਨਹੀਂ ਵੀ ਪਾਇਆ ਤਾਂ ਉਹਨਾਂ ਨੂੰ ਮਾਸਕ ਪ੍ਰੋਵਾਈਡ ਕੀਤਾ ਜਾਏਗਾ ਜੀ। ਈਵਨ ਵੋਟ ਪਾਉਣ ਲਈ, ਕਿਉਂਕਿ ਮਸ਼ੀਨ ਦੇ ਉੱਤੇ ਬਹੁਤ ਲੋਕਾਂ ਨੇ ਜਿਹੜਾ ਹੈ ਟੱਚ ਕਰਨਾ, ਤਾਂ ਇੰਡੀਵਿਜੂਅਲੀ ਇੱਕ ਸਿੰਗਲ ਗਲਵ ਜਿਹੜਾ ਉਹ ਹਰ ਵੋਟਰ ਨੂੰ ਪ੍ਰੋਵਾਈਡ ਕਰਾਇਆ ਜਾਏਗਾ ਤਾਂ ਕਿ ਕਿਸੇ ਦਾ ਵੀ ਜੋ ਮਸ਼ੀਨ ਦਾ ਬਟਨ ਹੈ ਉਹ ਤੋਂ ਇਨਫੈਕਸ਼ਨ ਦਾ ਕੋਈ ਸੋਰਸ ਨਾ ਬਣੇ। ਔਰ ਇਹ ਸਾਰੇ ਕੁਛ ਨੂੰ ਡਿਸਪੋਜ਼ ਆਫ ਕਰਨ ਲਈ ਫਿਰ ਸਾਡੀਆਂ ਮੈਡੀਕਲ ਟੀਮਸ ਜਿਹੜੀਆਂ ਉੱਥੇ ਤੈਨਾਤ ਰਹਿਣਗੀਆਂ ਤਾਂ ਕਿ ਵੋਟਿੰਗ ਖਤਮ ਹੋਣ ਤੋਂ ਬਾਅਦ ਉਸ ਪਰਟੀਕੂਲਰ ਬੂਥ ਦੇ ਵਿੱਚ ਜਿੰਨੇ ਵੀ ਗਲਵਜ਼, ਜਿੰਨੇ ਵੀ ਮਾਸਕ ਜਾਂ ਹੋਰ ਬਾਇਓਮੈਡੀਕਲ ਵੇਸਟ ਜਿਹੜੀ ਇਕੱਠੀ ਹੁੰਦੀ ਹੈ ਉਹਨੂੰ ਫਿਰ ਇਕੱਠਾ ਕਰਕੇ ਇੱਕ ਉਸ ਏਰੀਏ ਨੂੰ ਇੱਕ CHC ਨਾਲ, PHC ਨਾਲ ਜਾਂ ਸਿਵਲ ਹਸਪੀਟਲ ਨਾਲ ਜੋੜਿਆ ਗਿਆ, ਟੈਗ ਕੀਤਾ ਗਿਆ, ਫਲੈਗਿੰਗ ਕੀਤੀ ਗਈ ਹੈ ਉਹਦੀ, ਉੱਥੋਂ ਫਿਰ ਬਾਇਓਮੈਡੀਕਲ ਵੇਸਟ ਉੱਥੇ ਪਹੁੰਚਾਇਆ। ਸੋ ਬੜਾ ਇੰਪੋਰਟੈਂਟ ਤੁਸੀਂ ਜਿਹੜੇ ਸਟੈਪਸ ਦੱਸੇ ਆ ਕਿ ਇਸ ਵਾਰ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਹੋਰ ਇਹਦੇ ਵਿੱਚ ਸਖਤ ਜਿਹੜੇ ਕਦਮ ਜਿਹੜੇ ਆ ਖਾਸ ਕਰਕੇ ਕੋਵਿਡ ਨੂੰ ਲੈ ਕੇ, ਤਾਂ ਕਿ VOTING ਵੀ ਹੋਏ ਔਰ ਲੋਕਾਂ ਦੀ ਸੁਰੱਖਿਆ ਵੀ ਜਿਹੜੀ। ਸਰ ਵੋਟਰ ਜਾਗਰੂਕਤਾ ਵਾਸਤੇ ਚੰਦ ਸੈਕਿੰਡ ਵਿੱਚ, ਕਿਉਂਕਿ ਸਮਾਂ ਬੜੀ ਤੇਜ਼ੀ ਨਾਲ ਜਾ ਰਿਹਾ, ਕੀ ਮੈਸੇਜ ਦੇਣਾ ਚਾਹੋਗੇ ਸਾਡੇ ਵੋਟਰਸ ਨੂੰ ਤਾਂ ਕਿ ਸਾਡੀ ਡੈਮੋਕ੍ਰੇਸੀ ਹੋਰ ਹੈਲਦੀ ਹੋ ਸਕੇ? ਮੈਂ ਤਾਂ ਜੀ ਤੁਹਾਡੇ ਥਰੂ ਇਹੀ ਮੈਸੇਜ ਸਭ ਨੂੰ ਦਊਂਗਾ ਕਿ ਸਾਰੇ ਜਿਹੜੇ ਹੈਗੇ ਆ ਵੋਟਰਸ ਉਹ ਵੱਧ ਚੜ੍ਹ ਕੇ ਇਸ ਪ੍ਰੋਸੈਸ ਦੇ ਵਿੱਚ ਹਿੱਸਾ ਲੈਣ। ਅਸੀਂ ਬੜੀ ਵਾਰ ਕਹਿੰਦੇ ਹੁੰਦੇ ਹਾਂ ਕਿ ਬਹੁਤ ਸਾਰੇ ਜਿਹੜੇ ਸਾਡੇ ਯੰਗ ਵੋਟਰ ਹੈ ਉਹ ਇਹਨੂੰ ਛੁੱਟੀ ਦਾ ਦਿਨ ਸਮਝਦੇ ਆ। ਇਹ ਛੁੱਟੀ ਦਾ ਦਿਨ ਇਸ ਲਈ ਹੈ ਕਿ ਅਸੀਂ ਸਾਰੇ ਪੋਲਿੰਗ ਬੂਥ 'ਤੇ ਜਾਈਏ, ਉੱਥੇ ਆਪਣੀ ਵੋਟ ਐਥੀਕਲੀ, ਰਿਸਪੌਂਸਿਬਲੀ ਅਤੇ ਪੂਰੇ ਆਪਣੇ ਦਿਲੋਂ ਦਿਮਾਗ ਦਾ ਯੂਜ਼ ਕਰਦੇ ਹੋਏ ਪਾਈਏ। ਕਿਸੇ ਵੀ ਤਰੀਕੇ ਦੇ, ਕਿਸੇ ਲਾਲਚ, ਕਿਸੇ ਵੀ ਤਰੀਕੇ ਦੀ, ਕਿਸੇ ਜਾਤ ਪਾਤ ਦੇ ਸਭ ਨੂੰ ਭੁੱਲ ਕੇ ਅਤੇ ਰਿਸਪੌਂਸਿਬਲੀ ਵੋਟ ਕਰੀਏ। ਸੋ ਬੜਾ ਇੰਪੋਰਟੈਂਟ ਮੈਸੇਜ ਹੈ ਔਰ ਦੂਰਦਰਸ਼ਨ ਦੀ ਇਹ ਸੀਰੀਜ਼ ਜਿਹੜੀ ਹੈ ਵੋਟਰ ਜਾਗਰੂਕਤਾ, ਉਸ ਦੇ ਵਿੱਚ ਅਸੀਂ ਲਗਾਤਾਰ ਚਰਚਾ ਕਰਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਕਿਸ ਤਰੀਕੇ ਨਾਲ ਅਸੀਂ ਲੋਕਤੰਤਰ ਨੂੰ ਹੋਰ ਹੈਲਦੀ ਕਰ ਸਕਦੇ ਹਾਂ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ।